Hi, welcome to my YouTube channel. Myself, Dr. K. Shraman Patyar. Today, we are going to discuss anemia and its signs and symptom. ਅੱਜ ਦੇ ਲੈਕਚਰ ਵਿੱਚ ਅਸੀਂ ਅਨੀਮੀਆ ਅਤੇ ਉਸ ਦੇ ਲੱਛਣਾਂ ਬਾਰੇ ਪੜਾਂਗੇ। Anemia is the blood disorder characterized by the reduction in red cell count, hemoglobin content, packed cell volume content। ਅਨੀਮੀਆ ਖੂਨ ਦੀ ਬਿਮਾਰੀ ਜਾਂ ਖਰਾਬੀ ਹੈ ਜਾਂ ਫਿਰ ਖੂਨ ਵਿੱਚ ਪ੍ਰੈਜ਼ੈਂਟ ਸੈੱਲ ਮੇਨਲੀ ਆਰਬੀਸੀ ਦੀ ਖਰਾਬੀ ਜਾਂ ਬਿਮਾਰੀ ਹੈ ਜਿਹੜੀ ਕਿ ਆਰਬੀਸੀਜ਼ ਦੇ ਕਾਊਂਟ ਘੱਟ ਹੋਣ, ਹੀਮੋਗਲੋਬਿਨ ਕੰਟੈਂਟ ਘੱਟ ਹੋਣ ਜਾਂ ਪੀਸੀਵੀ ਜਿਹਨੂੰ ਆਪਾਂ ਹੈਮੈਟੋਕ੍ਰਿਟ ਵੀ ਕਹਿੰਦੇ ਹਾਂ ਉਸ ਦੇ ਘੱਟ ਹੋਣ ਕਰਕੇ ਪਛਾਣੀ ਜਾਂਦੀ ਹੈ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਆਰਬੀਸੀ ਦਾ ਮੇਨ ਕੰਮ ਆਕਸੀਜਨ ਕੈਰੀ ਜਾਂ ਆਕਸੀਜਨ ਟਰਾਂਸਪੋਰਟ ਕਰਨਾ ਹੈ। ਇਸ ਲਈ ਅਨੀਮੀਆ ਵਿੱਚ ਆਰਬੀਸੀ ਦੀ ਆਕਸੀਜਨ ਕੈਰਿੰਗ ਕਪੈਸਿਟੀ ਘੱਟ ਜਾਂਦੀ ਹੈ। ਸੋ ਅਨੀਮੀਆ ਇਜ਼ ਦਾ ਡਿਸਆਰਡਰ ਇਨ ਵਿਚ ਆਕਸੀਜਨ ਕੈਰਿੰਗ ਕਪੈਸਿਟੀ of RBCs is decreased. Generally, reduction in RBC count, hemoglobin content, and PCV occurs because of number one, decreased production of RBC, increased destruction of RBCs, and excess loss of blood from the body. RBCs ਦੇ ਕਾਊਂਟ ਘਟਣ, ਹੀਮੋਗਲੋਬਿਨ ਕੰਟੈਂਟ ਘਟਣ ਜਾਂ PCV ਘਟਣ ਦਾ ਮੇਨ ਕਾਰਨ RBCs ਦੀ ਘੱਟ ਪ੍ਰੋਡਕਸ਼ਨ ਹੋਣਾ ਹੈ। ਮਤਲਬ ਕਿ RBCs ਘੱਟ ਬਣ ਰਹੇ ਆ ਜਾਂ ਫਿਰ increased destruction of hemoglobin, increased destruction of RBCs ਕੀ ਆ ਟਾਈਮ ਤੋਂ ਪਹਿਲਾਂ ਛੇਤੀ ਨਸ਼ਟ ਹੋ ਰਹੇ ਹਨ, ਮਤਲਬ 120 ਦਿਨ ਤੋਂ ਪਹਿਲਾਂ ਹੀ ਉਹ ਖਤਮ ਹੋ ਜਾਂਦੇ ਆ। ਅਤੇ ਤੀਸਰਾ ਕਾਰਨ ਕੀ ਹੋ ਸਕਦਾ, ਸਾਡੀ ਬੋਡੀ ਦੇ ਵਿੱਚੋਂ ਬਹੁਤ ਜ਼ਿਆਦਾ ਬਲੱਡ ਦਾ ਲੋਸ ਹੋ ਜਾਵੇ ਕਿਸੇ ਸੱਟ ਵੱਜਣ ਕਰਕੇ, ਇੰਟਰਨਲ ਐਕਸਟਰਨਲ ਜਾਂ ਫਿਰ ਕੋਈ ਟਰਾਮਾ ਕੇਸ, ਦੁਰਘਟਨਾ ਦੇ ਕੇਸ ਦੇ ਵਿੱਚ ਕੀ ਆ ਬਲੱਡ ਦਾ ਲੋਸ ਹੋ ਜਾਵੇ। ਸੋ ਇਹਨਾਂ ਤਿੰਨਾਂ ਕਾਰਨਾਂ ਕਰਕੇ RBCs ਕੰਟੈਂਟ, ਹੀਮੋਗਲੋਬਿਨ ਅਤੇ PCV ਦੀ ਵੈਲਿਊ ਜਿਹੜੀ ਆ ਘੱਟ ਜਾਂਦੀ ਆ, ਜਿਹੜੀ ਕਿ ਫਰਦਰ ਸਾਨੂੰ ਅਨੀਮੀਆ ਦੀ ਬਿਮਾਰੀ ਦੇ ਵਿੱਚ ਪਛਾਣੀ ਜਾ ਸਕਦੀ ਹੈ। So all these incidents are caused either by inherited disorders or environmental influences such as nutritional problem, infection and exposure to drugs and toxin. So ਇਹ ਸਭ ਖਾਨਦਾਨੀ ਬਿਮਾਰੀ ਮਤਲਬ ਫੈਮਿਲੀ ਦੀ ਡਿਫੈਕਟਿਵ ਜੀਨਸ ਕਰਕੇ ਜਿਹੜੀ ਪੁਸ਼ਤਾਨੀ ਪੇਰੈਂਟਸ ਤੋਂ ਆਫਸਪਰਿੰਗ ਬੱਚਿਆਂ ਵਿੱਚ ਜਾਂਦੀ ਆ ਬਿਮਾਰੀ, ਉਸ ਕਰਕੇ ਹੋ ਸਕਦਾ, ਜਾਂ ਇਨਵਾਇਰਮੈਂਟਲ ਇਨਫਲੂਐਂਸਿਸ ਸਾਡੇ ਵਾਤਾਵਰਣ ਦਾ ਇਫੈਕਟ ਪੈ ਸਕਦਾ, ਸੱਚ ਐਸ ਨਿਊਟ੍ਰੀਸ਼ਨਲ ਪ੍ਰੋਬਲਮ, ਖਾਣ ਪੀਣ ਦੀ ਪ੍ਰੋਬਲਮਸ ਕਰਕੇ ਕੋਈ ਚੀਜ਼ ਜਿਹੜੀ ਆਪਾਂ ਅਨੀਮੀਆ ਸਾਨੂੰ ਕਰ ਸਕਦੀ ਆ, ਆਪਾਂ ਉਹ ਚੀਜ਼ ਜ਼ਿਆਦਾ ਖਾ ਲਈਏ ਜਾਂ ਜਿਸ ਤੋਂ ਅਨੀਮੀਆ ਤੋਂ ਬਚਿਆ ਜਾ ਸਕਦਾ ਉਹ ਚੀਜ਼ ਸਾਡੀ ਵੀ ਆਪਾਂ ਘੱਟ ਖਾਂਦੇ ਹੋਵੇ, ਉਹ ਕਾਰਨ ਵੀ ਮੇਨ ਹੋ ਸਕਦਾ ਅਨੀਮੀਆ ਹੋਣ ਦਾ, ਜਾਂ ਫਿਰ ਇਨਫੈਕਸ਼ਨ ਕਰਕੇ, ਜਾਂ ਐਕਸਪੋਜ਼ਰ ਟੂ ਡਰੱਗ ਔਰ ਟੌਕਸਿਨ, ਕਿਸੇ ਵੀ ਖਾਸ ਤਰ੍ਹਾਂ ਦੀ ਜ਼ਹਿਰੀਲਾ ਪਦਾਰਥ ਜਾਂ ਕੋਈ ਦਵਾਈ ਖਾਣ ਕਰਕੇ ਵੀ ਕੀ ਆ ਅਨੀਮੀਆ ਹੋ ਸਕਦਾ। ਮੇਨਲੀ ਅਸੀਂ ਦੇਖੀਏ ਤਾਂ ਅਨੀਮੀਆ ਹੋਣ ਦੇ ਤਿੰਨ ਕਾਰਨ ਇਹ ਹੀ ਹੈ ਕਿ RBC ਘੱਟ ਜਾਂਦਾ, ਹੀਮੋਗਲੋਬਿਨ ਘੱਟ ਜਾਂਦਾ ਅਤੇ PCV ਘੱਟ ਜਾਂਦਾ। ਅਤੇ ਇਹਨਾਂ ਤਿੰਨਾਂ ਚੀਜ਼ਾਂ ਦੇ ਘਟਣ ਦਾ ਮੇਨ ਕਾਰਨ ਕੀ ਹੈਗਾ ਕਿ ਸਾਡੀ ਬੋਡੀ ਦੇ ਵਿੱਚ ਕੀ ਆ RBCs ਹੀ ਨਹੀਂ ਬਣ ਪਾ ਰਹੇ ਬੋਨ ਮੈਰੋ ਦੇ ਵਿੱਚ, ਮਤਲਬ ਉਹਨਾਂ ਦੀਆਂ ਡਿਫਰੈਂਟ ਡਿਵੈਲਪਮੈਂਟਲ ਸਟੇਜਿਸ ਜਿਹੜੀਆਂ ਹੈਗੀਆਂ ਉਹ ਨਹੀਂ ਬਣ ਪਾ ਰਹੀਆਂ ਅਤੇ ਮੈਚਿਓਰ RBCs ਵੀ ਨਹੀਂ ਬਣ ਪਾ ਰਹੇ। ਦੂਜੇ ਦੇ ਵਿੱਚ ਕੀ ਹੈ ਕਿ ਮੈਚਿਓਰ RBCs ਛੇਤੀ ਟਾਈਮ ਤੋਂ ਪਹਿਲਾਂ 120 ਦਿਨ ਤੋਂ ਪਹਿਲਾਂ ਹੀ ਨਸ਼ਟ ਹੋ ਜਾਂਦੇ ਆ। ਉਸ ਤੋਂ ਅਗਲਾ ਕਾਰਨ ਕੀ ਹੋ ਸਕਦਾ ਕਿ ਸਾਡੀ ਬੋਡੀ ਦੇ ਵਿੱਚੋਂ ਬਹੁਤ ਜ਼ਿਆਦਾ ਖੂਨ ਦਾ ਲੋਸ ਹੋ ਗਿਆ, ਉਸ ਕੇਸ ਦੇ ਵਿੱਚ ਵੀ ਕੀ ਆ ਅਨੀਮੀਆ ਹੋ ਜਾਂਦਾ। ਸੋ ਨਾਓ ਕਮਿੰਗ ਟੂ ਦਾ ਸਾਈਨਸ ਐਂਡ ਸਿੰਪਟਮਸ, ਕੀ ਨਿਸ਼ਾਨ ਹੈ ਜਾਂ ਕੀ ਲੱਛਣ ਹੈ ਅਨੀਮੀਆ ਦੇ ਜਿਸ ਤੋਂ ਆਪਾਂ ਅਨੀਮੀਆ ਨੂੰ ਪਛਾਣ ਸਕਦੇ ਹਾਂ ਵੀ ਕਿਸੇ ਬੰਦੇ ਨੂੰ ਅਨੀਮੀਆ ਹੈ ਜਾਂ ਨਹੀਂ। ਸੋ ਫਸਟ ਇਜ਼ ਦਾ ਸਕਿਨ ਐਂਡ ਦਾ ਮਿਊਕਸ ਮੈਂਬਰੇਨ, ਚਮੜੀ, ਮਿਊਕਸ ਮੈਂਬਰੇਨ, ਇੰਟਰਨਲ ਲਾਈਨਿੰਗ ਆਫ ਦਾ ਔਰਗਨ, ਮਤਲਬ ਸਰੀਰਕ ਅੰਗਾਂ ਦਾ ਅੰਦਰਲੀ ਲੇਅਰ ਜਿਹੜੀ ਕਿ ਲੁਬਰੀਕੇਸ਼ਨ ਅਤੇ ਪ੍ਰੋਟੈਕਸ਼ਨ ਵਾਸਤੇ ਯੂਜ਼ ਹੁੰਦੀ ਹੈ, ਇਹਨੂੰ ਆਪਾਂ ਮਿਊਕਸ ਮੈਂਬਰੇਨ ਕਹਿੰਦੇ ਹਾਂ। ਸਾਡੇ ਸਾਰੇ ਇੰਟਰਨਲ ਔਰਗਨਸ ਦੇ ਉੱਤੇ ਇੱਕ ਪ੍ਰੋਟੈਕਟਿਵ ਲੇਅਰ ਹੁੰਦੀ ਹੈ ਜਿਹੜੀ ਮਿਊਕਸ ਲੇਅਰ ਆਪਾਂ ਕਹਿ ਦਿੰਦੇ ਹਾਂ। ਇਹ ਚਿਪਚਿਪੀ ਹੁੰਦੀ ਹੈ
ਅਤੇ ਸਲਾਈਮੀ ਹੁੰਦੀ ਹੈ, ਜਿਹਦੇ ਨਾਲ ਕੀ ਆ ਸਾਡੀ ਬੋਡੀ ਦੇ ਵਿੱਚ ਲੁਬਰੀਕੇਸ਼ਨ ਬਣੀ ਰਹਿੰਦੀ ਹੈ ਅਤੇ ਇਹ ਬੈਕਟੀਰੀਆ ਵਾਇਰਸ ਤੋਂ ਵੀ ਸਾਡੇ ਇੰਟਰਨਲ ਔਰਗਨਸ ਦੀ ਲਾਈਨਿੰਗਸ ਨੂੰ ਬਚਾ ਕੇ ਰੱਖਦਾ। ਸੋ ਕਲਰ ਆਫ ਦਾ ਸਕਿਨ ਐਂਡ ਦਾ ਮਿਊਕਸ ਮੈਂਬਰੇਨ ਬਿਕਮ ਪੇਲ। ਸੋ ਚਮੜੀ ਦਾ ਅਤੇ ਮਿਊਕਸ ਮੈਂਬਰੇਨ ਦਾ ਜਿਹੜਾ ਕਲਰ ਰੰਗ ਹੈਗਾ ਉਹ ਹਲਕਾ ਪੀਲਾ ਹੋ ਜਾਂਦਾ, ਲਾਈਟ ਲੈਮਨ ਕਲਰ ਯੈਲੋ ਕਲਰ ਵਰਗਾ ਹੋ ਜਾਂਦਾ। paleness is more constant and prominent in buccal and pharyngeal mucous membrane। ਜਿਹੜਾ ਇਹ ਪੀਲਾਪਨ ਹੈ, ਹਲਕਾਪਨ ਹੈ, ਇਹ ਜ਼ਿਆਦਾ ਕਿੱਥੇ ਦੇਖਣ ਨਜ਼ਰ ਆਉਂਦਾ? ਮੂੰਹ ਬੱਕਲ ਕੈਵਿਟੀ ਦੇ ਵਿੱਚ ਅਤੇ ਥਰੋਟ ਗਲੇ ਦੇ ਵਿੱਚ ਫਰੈਂਜੀਅਲ ਮੈਂਬਰੇਨ ਦੇ ਵਿੱਚ ਨਜ਼ਰ ਆਉਂਦਾ। ਸੋ ਜਾਂ ਕੰਜਕਟਿਵਾ, ਲਿਪਸ, ਈਅਰ ਲੋਬਸ, ਪਾਮਸ ਐਂਡ ਨੀਲ ਬੈਡ। ਸੋ ਇਹ ਪੀਲਾਪਨ ਸਾਨੂੰ ਆਈਲਿਡਸ, ਅੱਖਾਂ ਦੇ ਕੰਜਕਟਿਵਲ ਲੇਅਰ ਜਿਹੜੀ ਹੈਗੀ ਆ ਆਈਲਿਡਸ ਦੀ ਲੇਅਰਸ, ਉਹਦੇ 'ਚ ਦੇਖਣ ਨੂੰ ਆਉਂਦਾ, ਅੱਖਾਂ ਪੀਲੀਆਂ ਨਜ਼ਰ ਆਉਂਦੀਆਂ। ਲਿਪਸ, ਈਅਰ ਲੋਬਸ, ਕੰਨਾਂ ਦੀਆਂ ਲੋਬਸ ਦੇ ਵਿੱਚ, ਪਾਮਸ ਹਥੇਲੀਆਂ ਅਤੇ ਨੀਲ ਬੈਡ ਅਤੇ ਨੋਹਾਂ ਦਾ ਨਿਚਲਾ ਹਿੱਸਾ, ਇਹ ਸਾਰਾ ਕੀ ਆ ਸਾਨੂੰ ਪੇਲ ਯੈਲੋ ਨਜ਼ਰ ਆਉਂਦਾ। ਇਹ ਸਿੰਪਟਮ ਹੈ ਅਨੀਮੀਆ ਦਾ। ਸਕਿਨ ਲੂਜ਼ਿਜ਼ ਇਟਸ ਇਲਾਸਟਿਸਿਟੀ ਐਂਡ ਬਿਕਮ ਥਿਨ ਐਂਡ ਡਰਾਈ। ਚਮੜੀ ਜਿਹੜੀ ਹੈਗੀ ਆ ਉਹਦੀ ਇਲਾਸਟਿਸਿਟੀ ਖਤਮ ਹੋ ਜਾਂਦੀ ਹੈ ਅਤੇ ਉਹ ਪਤਲੀ ਅਤੇ ਡਰਾਈ ਹੋ ਜਾਂਦੀ ਹੈ। ਥਿਨਿੰਗ, ਲੋਸ ਐਂਡ ਅਰਲੀ ਗ੍ਰੇਨੈਸ ਆਫ ਹੇਅਰ ਅਕਰ। ਬਾਲ ਪਤਲੇ ਹੋ ਜਾਂਦੇ ਆ ਅਤੇ ਉਮਰ ਤੋਂ ਪਹਿਲਾਂ ਹੀ ਚਿੱਟੇ ਹੋ ਜਾਂਦੇ ਆ। ਦਾ ਨੇਲਸ ਬਿਕਮ ਬ੍ਰਿਟਲ ਐਂਡ ਈਜ਼ਲੀ ਬ੍ਰੇਕੇਬਲ। ਜਿਹੜੇ ਅਨੀਮੀਆ ਪੇਸ਼ੈਂਟ ਦੇ ਨਹੁੰ ਹੈਗੇ ਆ, ਨਾਖੂਨ ਹੈਗੇ ਆ, ਉਹ ਕੱਚੇ ਹੋ ਜਾਂਦੇ ਆ ਅਤੇ ਆਸਾਨੀ ਨਾਲ ਟੁੱਟ ਜਾਂਦੇ ਆ। ਅਗਲਾ ਕਾਰਡੀਓਵੈਸਕੂਲਰ ਸਿਸਟਮ। ਸਾਡੇ ਕਾਰਡੀਓਵੈਸਕੂਲਰ ਸਿਸਟਮ, ਦਿਲ ਅਤੇ ਨਾੜੀ ਤੰਤਰ ਦੇ ਵਿੱਚ ਕੀ ਫ਼ਰਕ ਆਉਂਦਾ? ਦੇਅਰ ਇਜ਼ ਐਨ ਇਨਕਰੀਜ਼ ਇਨ ਹਾਰਟ ਰੇਟ, ਟੈਕੀਕਾਰਡੀਆ ਐਂਡ ਕਾਰਡਿਕ ਆਊਟਪੁੱਟ। ਅਨੀਮਿਕ ਪੇਸ਼ੈਂਟ ਦਾ ਜਿਹੜਾ ਹਾਰਟ ਰੇਟ ਹੈਗੀ ਆ, ਧੜਕਣ ਦੀ ਰੇਟ ਹੈ, ਉਹ ਵੱਧ ਜਾਂਦੀ ਹੈ ਅਤੇ ਉਹਦਾ ਕਾਰਡਿਕ ਆਊਟਪੁੱਟ ਵੀ ਵੱਧ ਜਾਂਦਾ। ਧੜਕਣ ਵਧਣ ਨੂੰ ਅਸੀਂ ਮੈਡੀਕਲ ਟਰਮ ਦੇ ਵਿੱਚ ਕੀ ਆ, ਟੈਕੀਕਾਰਡੀਆ ਕਹਿ ਦਿੰਦੇ ਹਾਂ। ਹਾਰਟ ਇਜ਼ ਡਾਇਲੇਟਡ ਐਂਡ ਕਾਰਡਿਕ ਮਰਮਰ ਆਰ ਪ੍ਰੋਡਿਊਸਡ। ਹਾਰਟ ਜਿਹੜਾ ਹੈਗਾ ਉਹ ਡਾਇਲੇਟ ਹੋ ਜਾਂਦਾ, ਥੋੜ੍ਹਾ ਜਿਹਾ ਲੰਬਾ ਉਹਦਾ ਸਾਈਜ਼ ਵੱਧ ਜਾਂਦਾ ਅਤੇ ਕਾਰਡਿਕ ਮਰਮਰ ਦਾ ਮਤਲਬ ਬਣਾਉਣਾ, ਮਤਲਬ ਕਾਰਡਿਕ ਦੀਆਂ ਬਿਮਾਰੀ ਵਾਲੀਆਂ ਅਲੱਗ ਆਵਾਜ਼ਾਂ ਜਿਹੜੀਆਂ ਹੈਗੀਆਂ ਪ੍ਰੋਡਿਊਸ ਹੁੰਦੀਆਂ ਅਨੀਮੀਆ ਦੇ ਵਿੱਚ। ਦਾ ਵੈਲੋਸਿਟੀ ਆਫ ਦਾ ਬਲੱਡ ਫਲੋ ਇਜ਼ ਇਨਕਰੀਜ਼ਡ। ਬਲੱਡ ਫਲੋ ਦਾ ਜਿਹੜਾ ਬਲੱਡ ਫਲੋ ਆ ਬੋਡੀ ਦੇ ਵਿੱਚ ਕੀ ਆ, ਉਹਦੀ ਗਤੀ ਵੱਧ ਜਾਂਦੀ ਹੈ ਕਿਉਂਕਿ ਹਾਰਟ ਰੇਟ ਹੈਗੀ ਆ ਉਹ 72 ਪਰ ਮਿੰਟ ਤੋਂ ਜ਼ਿਆਦਾ ਵੱਧ ਜਾਂਦੀ ਹੈ। ਸੋ ਇਹ ਕਾਰਡੀਓਵੈਸਕੂਲਰ ਸਿਸਟਮ 'ਤੇ ਇਫੈਕਟ ਪੈਂਦਾ ਅਨੀਮੀਆ ਦਾ। ਨੈਕਸਟ ਇਜ਼ ਦਾ ਰੈਸਪਾਇਰੇਸ਼ਨ। ਸਾਹ ਲੈਣ, ਸ਼ਵਾਸ ਕਿਰਿਆ 'ਤੇ ਕੀ ਫ਼ਰਕ ਪੈਂਦਾ? ਦੇਅਰ ਇਜ਼ ਐਨ ਇਨਕਰੀਜ਼ ਇਨ ਰੇਟ ਐਂਡ ਫੋਰਸ ਆਫ ਐਕਸਪਾਇਰੇਸ਼ਨ। ਇਹਦੇ 'ਚ ਕੀ ਜ਼ਿਆਦਾ ਤੇਜ਼ੀ ਦੇ ਨਾਲ ਅਤੇ ਜ਼ਿਆਦਾ ਜ਼ੋਰ ਦੇ ਨਾਲ ਬੰਦਾ ਸਾਹ ਲੈਂਦਾ ਅਤੇ ਛੱਡਦਾ। ਸਮ ਟਾਈਮ ਇਟ ਲੀਡਸ ਟੂ ਬ੍ਰੈਥਲੈਸਨੈਸ ਐਂਡ ਡਿਸਪਨੀਆ, ਡਿਫੀਕਲਟੀ ਇਨ ਬਰੀਥਿੰਗ। ਸੋ ਇਹਦੇ ਕਰਕੇ ਕੀ ਆ, ਬੰਦੇ ਨੂੰ ਸਾਹ ਨਹੀਂ ਆਉਂਦਾ, ਬ੍ਰੈਥਲੈਸਨੈਸ ਹੋ ਜਾਂਦੀ ਹੈ ਜਾਂ ਸਾਹ ਲੈਣ ਦੇ ਵਿੱਚ ਕੀ ਆ, ਤਕਲੀਫ ਆਉਂਦੀ ਹੈ। ਨੈਕਸਟ ਇਜ਼ ਦਾ ਡਾਈਜੈਸ਼ਨ। ਪਾਚਨ ਤੰਤਰ 'ਤੇ ਕੀ ਫ਼ਰਕ ਪੈਂਦਾ? ਐਨੋਰੈਕਸੀਆ, ਨੋਜ਼ੀਆ, ਵੋਮਿਟਿੰਗ, ਅਬਡੋਮੀਨਲ ਡਿਸਕੰਫਰਟ ਐਂਡ ਕੌਂਸਟੀਪੇਸ਼ਨ ਆਰ ਕਾਮਨ। ਸੋ ਐਨੋਰੈਕਸੀਆ, ਭੁੱਖ ਨਹੀਂ ਲੱਗਣੀ, ਵੋਮਿਟਿੰਗ, ਉਲਟੀਆਂ ਟੱਟੀਆਂ ਲੱਗਣੀਆਂ, ਪੇਟ ਵਿੱਚ ਦਰਦ ਰਹਿਣਾ, ਕੌਂਸਟੀਪੇਸ਼ਨ, ਕਬਜ਼ ਰਹਿਣੀ, ਇਹ ਕੀ ਆ, ਮੇਨ ਸਿੰਪਟਮਸ ਆ ਅਨੀਮਿਕ ਪੇਸ਼ੈਂਟ ਦੇ ਵਿੱਚ। ਇਨ ਪਰਨੀਸ਼ੀਅਸ ਅਨੀਮੀਆ ਦੇਅਰ ਇਜ਼ ਐਟ੍ਰੋਫੀ ਆਫ ਪੈਪੂਲਾ ਇਨ ਲੰਗ। ਪਰਨੀਸ਼ੀਅਸ ਅਨੀਮੀਆ ਦੀ ਇੱਕ ਕਿਸਮ ਹੈ ਜਿਹਦੇ ਵਿੱਚ ਕੀ ਆ, ਜੀਭ ਦੇ ਉੱਤੇ ਜਿਹੜੇ ਪੈਪੂਲੇਈ ਹੈ, ਜਿਹੜੇ ਛੋਟੇ ਛੋਟੇ ਦਾਣੇਦਾਰ ਸਟਰਕਚਰ ਸਾਨੂੰ ਨਜ਼ਰ ਆਉਂਦੇ ਆ, ਉਹ ਕੀ ਆ, ਨਸ਼ਟ ਹੋ ਜਾਂਦੇ ਆ। ਨੈਕਸਟ ਇਜ਼ ਦਾ ਮੈਟਾਬੋਲਿਜ਼ਮ। ਓਵਰਆਲ ਹਿਊਮਨ ਮੈਟਾਬੋਲਿਜ਼ਮ 'ਤੇ ਕੀ ਫ਼ਰਕ ਪੈਂਦਾ? ਬੇਸਿਕ ਮੈਟਾਬੋਲਿਕ ਰੇਟ ਇਨਕਰੀਜ਼ਿਜ਼ ਇਨ ਸੀਵੀਅਰ ਅਨੀਮੀਆ। ਬੰਦੇ ਦਾ ਬੇਸਿਕ ਮੈਟਾਬੋਲਿਕ ਰੇਟ ਜਿਹੜੀ ਹੈਗੀ ਆ ਉਹ ਅਨੀਮੀਆ ਦੇ ਵਿੱਚ ਕੀ ਆ, ਵੱਧ ਜਾਂਦੀ ਹੈ। ਨੈਕਸਟ ਆ ਕਿਡਨੀ। ਸਾਡੀ ਕਿਡਨੀਆਂ 'ਤੇ ਕੀ ਅਸਰ ਪੈਂਦਾ ਅਨੀਮੀਆ ਹੋਣ ਦਾ ਬੋਡੀ ਦੇ ਵਿੱਚ? ਅਨੀਮਿਕ ਪੇਸ਼ੈਂਟ ਦੇ ਵਿੱਚ ਰੀਨਲ ਫੰਕਸ਼ਨ ਇਜ਼ ਡਿਸਟਰਬ। ਰੀਨਲ ਫੰਕਸ਼ਨ ਪੇਸ਼ੈਂਟ ਦਾ ਡਿਸਟਰਬ ਹੋ ਜਾਂਦਾ ਅਤੇ ਐਲਬੂਮਿਨ ਯੂਰੀਆ ਇਜ਼ ਕਾਮਨ। ਐਲਬੂਮਿਨ ਇੱਕ ਪ੍ਰੋਟੀਨ ਆ, ਯੂਰੀਆ ਮਤਲਬ ਯੂਰਿਨ ਦੇ ਵਿੱਚ ਐਲਬੂਮਿਨ ਕੰਟੈਂਟ ਜਿਹੜਾ ਆ ਵੱਧ ਜਾਂਦਾ ਹੈ। ਸੋ ਨਾਓ ਕਮਿੰਗ ਟੂ ਦਾ ਰੀਪਰੋਡਕਟਿਵ ਸਿਸਟਮ। ਪ੍ਰਜਨ ਤੰਤਰ, ਉਹਦਾ ਕੀ ਫ਼ਰਕ ਪੈਂਦਾ? ਫੀਮੇਲਸ ਦੇ ਵਿੱਚ ਇਹਦਾ ਇਫੈਕਟ ਜ਼ਿਆਦਾ ਹੈ, ਮੇਲਸ ਦੇ ਵਿੱਚ ਇਹਦਾ ਕੋਈ ਖਾਸ ਰੀਪਰੋਡਕਟਿਵ ਸਿਸਟਮ ਦਾ ਇਫੈਕਟ ਨਹੀਂ ਪੈਂਦਾ। ਇਨ ਫੀਮੇਲਸ ਦਾ ਮੈਨਸਟੂਰਲ ਸਾਈਕਲ ਇਜ਼ ਡਿਸਟਰਬ। ਜਨਾਨੀਆਂ ਦੇ ਵਿੱਚ ਕੀ ਆ, ਮਾਹਵਾਰੀ ਜਾਂ ਪੀਰੀਅਡ ਜਿਹੜੇ ਹੈਗੇ ਆ ਉਹ ਡਿਸਟਰਬ ਹੋ ਜਾਂਦੇ ਆ, ਅੱਗੇ ਪਿੱਛੇ ਹੋ ਜਾਂਦੇ ਆ ਅਨੀਮਿਕ ਕੰਡੀਸ਼ਨਸ ਦੇ ਵਿੱਚ। ਸੋ ਨੈਕਸਟ ਇਜ਼ ਦਾ ਨਿਊਰੋਮਸਕੂਲਰ ਸਿਸਟਮ। ਸਾਡੇ ਮਸਕੂਲਰ ਸਿਸਟਮ ਦੇ ਉੱਤੇ ਕੀ ਜਾਂ ਨਿਊਰੋਮਸਕੂਲਰ ਸਿਸਟਮ 'ਤੇ ਕੀ ਇਫੈਕਟ ਪੈਂਦਾ ਹੈ? ਕਾਮਨ ਨਿਊਰੋਮਸਕੂਲਰ ਸਿੰਪਟਮਸ ਆਰ ਇਨਕਰੀਜ਼ ਸੈਂਸਿਟੀਵਿਟੀ ਟੂ ਕੋਲਡ, ਹੈਡੇਕ, loss of concentration, restlessness, irritability,
drowsiness, dizziness or vertigo, especially while standing and fainting. ਸੋ ਨਿਊਰੋਮਸਕੂਲਰ ਸਿਸਟਮ ਦੇ ਵਿੱਚ ਕੀ ਹੈ, ਬੰਦੇ ਨੂੰ ਜ਼ਿਆਦਾ ਠੰਡ ਮਹਿਸੂਸ ਹੁੰਦੀ ਹੈ, ਠੰਡ ਲੱਗਦੀ ਆ, ਸਿਰ 'ਚ ਦਰਦ ਰਹਿੰਦਾ, ਕੰਸਨਟਰੇਸ਼ਨ ਨਹੀਂ ਕਰ ਪਾਉਂਦਾ, ਰੈਸਟਲੈਸਨੈਸ, ਪਰੇਸ਼ਾਨ ਰਹੇਗਾ, ਇਰੀਟੇਬਿਲਿਟੀ, ਇਹਨੂੰ ਛੇਤੀ ਖਿੱਚ ਜਾਏਗਾ, ਡਿਜ਼ੀਨੈਸ, ਨੀਂਦ ਆਉਂਦੀ ਰਹੇਗੀ, ਜਿਹਨੂੰ ਪੰਜਾਬੀ 'ਚ ਕਹਿੰਦੇ ਕੁੱਕੀ ਚੜੀ ਰਹਿੰਦੀ ਹੈ, ਜਾਂ ਵਰਟੀਗੋ ਹੁੰਦਾ ਹੈ ਕਿ ਪੇਸ਼ੈਂਟ ਨੂੰ ਲੱਗਦਾ ਕਿ ਉਹ ਖੜੇ ਖੜੇ ਹੀ ਡਿੱਗ ਜਾਏਗਾ, ਫੇਂਟਿੰਗ ਮਤਲਬ ਬੇਹੋਸ਼ ਹੋ ਜਾਣਾ। ਸੋ ਇਹ ਸਾਰੇ ਸਿੰਪਟਮਸ ਜਿਹੜੇ ਹੈਗੇ ਆਪਾਂ ਨਿਊਰੋਮਸਕੂਲਰ ਸਿਸਟਮ ਦੇ ਸਿੰਪਟਮਸ ਆ ਜਿਹੜੇ ਕਿ ਇੱਕ ਅਨੀਮਿਕ ਪੇਸ਼ੈਂਟ 'ਚ ਦੇਖਣ ਨੂੰ ਮਿਲਦੇ ਆ। ਸੋ ਮਸਲ ਬਿਕਮ ਵੀਕ ਐਂਡ ਪੇਸ਼ੈਂਟ ਫੀਲ ਲੈਕ ਆਫ ਐਨਰਜੀ, ਫਟੀਗ ਕੁਆਇਟ ਆਫਨ ਐਂਡ ਕੁਆਇਟ ਈਜ਼ਲੀ। ਜਿਹੜੇ ਪੇਸ਼ੈਂਟ ਅਨੀਮਿਕ ਪੇਸ਼ੈਂਟ ਦੇ ਜਿਹਦੇ ਵਿੱਚ ਅਨੀਮੀਆ ਹੋਇਆ ਹੈ ਪੇਸ਼ੈਂਟ ਨੂੰ, ਉਹਦੇ ਮਸਲਸ ਵੀਕ ਹੋ ਜਾਂਦੇ ਆ, ਠੀਕ ਹੈ, ਉਹਦੇ ਵਿੱਚ ਐਨਰਜੀ ਦੀ ਕਮੀ ਰਹਿੰਦੀ ਹੈ ਅਤੇ ਉਹ ਛੇਤੀ ਥੱਕ ਜਾਂਦਾ ਅਤੇ ਥੱਕਿਆ ਜਿਹਾ ਮਹਿਸੂਸ ਕਰਦਾ। ਸੋ ਇਹ ਜਿਹੜਾ ਹੈਗਾ ਸਾਈਨਸ ਐਂਡ ਸਿੰਪਟਮਸ ਹੈ ਅਨੀਮੀਆ ਦੇ। ਸੋ ਇਸ ਲੈਕਚਰ ਦੇ ਵਿੱਚ ਅਸੀਂ ਬੇਸਿਕ ਅਨੀਮੀਆ ਦੀ ਡੈਫੀਨੇਸ਼ਨ ਅਤੇ ਅਨੀਮੀਆ ਦੇ ਸਾਈਨ ਐਂਡ ਸਿੰਪਟਮ ਪੜ੍ਹੇ ਆ। ਸੋ ਇਸ ਲੈਕਚਰ ਵਿੱਚ ਮੈਂ ਕੋਸ਼ਿਸ਼ ਕੀਤੀ ਹੈ ਕਿ ਅਨੀਮੀਆ ਹੁੰਦਾ ਕੀ ਹੈ ਅਤੇ ਉਸਦੇ ਕੀ ਲੱਛਣ ਹਨ, ਉਹ ਕਿਹਨਾਂ ਲੱਛਣ ਜਾਂ ਚਿੰਨ੍ਹਾਂ ਕਰਕੇ ਅਸੀਂ ਪਛਾਣ ਸਕਦੇ ਹਾਂ ਕਿ ਇੱਕ ਬੰਦੇ ਦੇ ਵਿੱਚ ਕੀ ਹੈ, ਅਨੀਮੀਆ ਹੋ ਗਿਆ ਹੈ। ਥੈਂਕਸ।